ਬੋਲੀ ਨਾ ਭੁੱਲਿਓ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫਿਰ ਸਵਾਗਤ ਹੈ। ਇਸ ਤੋਂ ਪਹਿਲਾਂ ਵੀਡੀਓ ਆਪ ਜੀ ਦੇਖੋ, ਮੈਂ ਆਪ ਜੀ ਨੂੰ ਬੇਨਤੀ ਕਰਦੀ ਹਾਂ ਕਿ ਨਵੀਆਂ ਵੀਡੀਓ ਸਮੇਂ ਸਿਰ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਤੇ ਬਟਨ ਨੂੰ ਦਬਾ ਦਿਓ। ਜੇਕਰ ਵੀਡੀਓ ਆਪ ਜੀ ਨੂੰ ਪਸੰਦ ਆਏ ਨਾਲ ਹੀ ਲਾਈਕ ਕਰੋ ਅਤੇ ਇਸ ਵੀਡੀਓ ਨੂੰ ਹੋਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ। ਅੱਜ ਅਸੀਂ ਪਵਿੱਤਰ ਪਾਪੀ ਨਾਵਲ ਦਾ ਅਗਲਾ ਭਾਗ ਲੈ ਕੇ ਆ ਰਹੇ ਹਾਂ। ਆਸ ਕਰਦੀ ਹਾਂ ਤੁਹਾਨੂੰ ਪਸੰਦ ਆਵੇਗਾ। ਬੀਣਾ ਇਸ ਸਮੇਂ 9ਵੀਂ ਵਿੱਚ ਪੜ੍ਹਦੀ ਹੈ ਅਤੇ ਉਸਦੀ ਨਿੱਕੀ ਭੈਣ 6ਵੀਂ ਵਿੱਚ। ਘਰ ਦੀ ਤਰਸਯੋਗ ਹਾਲਤ ਤੋਂ ਬੀਣਾ ਅਣਜਾਣ ਨਹੀਂ। ਮਾਂ ਪਿਓ ਦੇ ਚਿਹਰੇ ਉੱਤੇ ਚਿੰਤਾ ਵੇਖ ਕੇ ਕਈ ਵਾਰ ਉਹ ਉਦਾਸ ਹੋ ਜਾਂਦੀ ਹੈ। ਅੰਦਰ ਆ ਕੇ ਉਸਨੇ ਭਰਾ ਦੀ ਸ਼ਿਕਾਇਤ ਕੀਤੀ ਸੀ, ਪਰ ਜਿਉਂ ਹੀ ਉਸਨੇ ਦੋਹਾਂ ਦੀ ਹਾਲਤ ਵੇਖੀ ਨਾਲ ਹੀ ਖਿਆਲ ਕੀਤਾ ਕਿ ਉਸਨੂੰ ਵੇਖਦਿਆਂ ਹੀ ਦੋਹਾਂ ਨੇ ਝੱਟ ਗੱਲ ਕਥ ਦਾ ਸਿਲਸਿਲਾ ਬੰਦ ਕਰ ਦਿੱਤਾ ਸੀ। ਉਹ ਠਠੰਬਰ ਕੇ ਰਹਿ ਗਈ, ਖਾਸ ਕਰਕੇ ਪਿਓ ਦੇ ਹੱਥ ਵਿੱਚ ਫੜੇ ਹੋਏ ਖੱਤ ਨੂੰ ਵੇਖਦਿਆਂ ਹੀ ਉਸਨੂੰ ਸਮਝ ਆ ਗਈ ਕਿ ਖੱਤ ਸੁੱਖ ਸ਼ਾਂਦ ਦਾ ਨਹੀਂ। ਆਪਣੀ ਸ਼ਿਕਾਇਤ ਦਾ ਉਸ ਨੂੰ ਚੇਤਾ ਭੁੱਲ ਗਿਆ ਤੇ ਪਿਓ ਦੇ ਹੋਰ ਨੇੜੇ ਹੋ ਕੇ ਪੁੱਛਣ ਲੱਗੀ, ਕਿਸ ਦਾ ਖੱਤ ਹੈ ਪਾਪਾ ਜੀ? ਮਾਇਆ ਨੇ ਪਿਆਰ ਤੇ ਤਾੜਨਾ ਭਰੀ ਨਜ਼ਰ ਨਾਲ ਉਸ ਵੱਲ ਤੱਕ ਕੇ ਕਿਹਾ, ਤੇਰੇ ਮਤਲਬ ਦਾ ਨਹੀਂ, ਜਾ ਤੂੰ ਖਿਡਾ ਜਾ ਕੇ ਕਾਕੇ ਨੂੰ, ਮੈਂ ਆ ਕੇ ਕਰਨੀ ਆ ਟੀਕ ਬਸੰਤ ਸਰੰਤ ਨੂੰ। ਤੇਰੇ ਮਤਲਬ ਦਾ ਨਹੀਂ? ਬੀਣਾ ਇਸ ਗੱਲ ਨੂੰ ਸੋਚਦੀ ਪਛਾਂ ਪਰਤ ਗਈ, ਪਰ ਉਸਨੂੰ ਸਮਝ ਵਿੱਚ ਦੇਰ ਨਾ ਲੱਗੀ ਕਿ ਜਿਹੜੀ ਚੀਜ਼ ਬਾਬਤ ਮਾਂ ਕਹਿ ਰਹੀ ਹੈ ਤੇਰੇ ਮਤਲਬ ਦਾ ਨਹੀਂ, ਉਹ ਜ਼ਰੂਰ ਤੇ ਖਾਸ ਤੌਰ 'ਤੇ ਮੇਰੇ ਮਤਲਬ ਦੀ ਹੋ ਸਕਦੀ ਹੈ। ਉਸਦੇ ਦਿਲ ਵਿੱਚ ਖਾਹਿਸ਼ ਪੈਦਾ ਹੋਈ ਕਿ ਫੇਰ ਮਾਂ ਨੂੰ ਖੱਤ ਬਾਬਤ ਪੁੱਛੇ, ਪਰ ਕੁਆਰੀ ਸੁਭਾਵਿਕ ਸੰਗ ਨੇ ਉਸਨੂੰ ਉਸਦਾ ਹੌਸਲਾ ਨਾ ਪੈਣ ਦਿੱਤਾ। ਉਹ ਸੋਚਣ ਲੱਗੀ, ਕਿਸੇ ਨਾ ਕਿਸੇ ਹੀਲੇ ਇਸ ਖੱਤ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ ਅਤੇ ਉਸਨੂੰ ਪੜ੍ਹਨ ਦੀ ਹੋਰ ਵੀ ਖਿੱਚ ਉਸਦੇ ਅੰਦਰ ਪੈਦਾ ਹੋ ਗਈ। ਉਸਦੇ ਬਾਹਰ ਨਿਕਲਦਿਆਂ ਹੀ ਮਾਇਆ ਨੇ ਬੂਹਾ ਬੰਦ ਕਰ ਲਿਆ। ਬੀਣਾ ਨੂੰ ਪੂਰਾ ਯਕੀਨ ਹੋ ਗਿਆ ਕਿ ਇਹ ਖੱਤ ਸਾਰੇ ਦਾ ਸਾਰਾ ਉਸੇ ਦੇ ਸੰਬੰਧ ਵਿੱਚ ਹੈ। ਇਸ ਦੇ ਨਾਲ ਹੀ ਇਤਨਾ ਕੁ ਹੋਰ ਵੀ ਉਸਦਾ ਸਮਝ ਵਿੱਚ ਆਇਆ ਕਿ ਖੱਤ ਜ਼ਰੂਰ ਉਸਦੇ ਸਹੁਰਿਆਂ ਵੱਲੋਂ ਹੋਵੇਗਾ। ਬਾਹਰ ਆ ਕੇ ਉਹ ਜਾਣ ਕੇ ਵਿਹੜੇ ਵਿੱਚ ਨਾ ਰੁਕੀ। ਉੱਥੇ ਨਿੱਕੀਆਂ ਵਿਦਿਆ ਦੇ ਬਸੰਤ ਦੋਵੇਂ ਭੈਣ ਭਰਾ ਖੇਡ ਰਹੇ ਸਨ। ਬਸੰਤ ਦਾ ਖਿਆਲ ਸੀ ਕਿ ਬੀਣਾ ਉਸ ਨਾਲ ਗੁੱਸੇ ਹੋਣ ਕਰਕੇ ਹੀ ਬਾਹਰ ਚਲੀ ਗਈ ਹੈ। ਬਾਹਰ ਬੂਹੇ ਅੱਗੇ ਇੱਕ ਨੀਵੀਂ ਜਿਹੀ ਟਾਹਣੀ ਹੇਠਾਂ ਮੰਜੀ ਖੜੀ ਕੀਤੀ ਹੋਈ ਸੀ। ਉਸਦੇ ਲਾਗੇ ਗੁਆਂਢੀਆਂ ਦੀ ਗਊ ਬੱਝੀ ਹੋਈ ਸੀ, ਜਿਸ ਦੀ ਬੱਛੀ ਜਿਹੜੀ ਪਰਾਂ ਹਟਵੇਂ ਥਾਂ ਇੱਕ ਪੁਰਾਣੀ ਸ਼ਤੀਰੀ ਦੇ ਸਿਰੇ ਨਾਲ ਬੱਧੀ ਹੋਈ ਸੀ, ਉਲਰ ਪੁਲਰ ਕੇ ਮਾਵਾਂ ਦੇ ਥਣਾਂ ਨੂੰ ਆਉਂਦੀਆਂ ਸੀ, ਪਰ ਰੱਸੀ ਇਤਨੀ ਲੰਬੀ ਨਹੀਂ ਸੀ ਕਿ ਬੱਚੀ ਉੱਥੇ ਤੱਕ ਅੱਪੜ ਸਕਦੀ। ਬੀਣਾ ਨੇ ਮੰਜੀ ਢਾ ਲਈ ਅਤੇ ਉਸ ਉੱਤੇ ਕਾਕੇ ਨੂੰ ਬਿਠਾ ਦਿੱਤਾ। ਇਸੇ ਤਰ੍ਹਾਂ ਕਾਕਾ ਖੇਡੇ ਲੱਗਾ ਰਹੇ। ਉਸਨੇ ਟਾਹਣੀ ਦੀ ਨੀਵੀਂ ਟਾਹਣੀ ਨਾਲੋਂ ਇੱਕ ਦੋ ਕੂਲੀਆਂ ਲੱਗਰਾਂ ਤੋੜ ਕੇ ਉਸਨੂੰ ਅੱਗੇ ਰੱਖ ਦਿੱਤੀਆਂ ਤੇ ਆਪ ਬੈਠ ਕੇ ਫਿਰ ਸੋਚਾਂ ਵਿੱਚ ਪੈ ਗਈ। ਖੱਤ ਮੇਰੇ ਸਹੁਰਿਆਂ ਵੱਲੋਂ ਆਇਆ ਹੋਵੇਗਾ। ਇਸ ਖਿਆਲ ਦੇ ਨਾਲ ਹੀ ਉਸਨੂੰ ਆਪਣੀ ਸਹੇਲੀ ਚੰਨੋ ਦੀਆਂ ਗੱਲਾਂ ਚੇਤੇ ਆਉਣ ਲੱਗੀਆਂ। ਚੰਨੋ ਉਸਦੇ ਸਹੁਰੇ ਸ਼ਹਿਰ ਗੁਜਰ ਖਾਨ ਦੀ ਸੀ। ਚੰਨੋ ਦੀ ਮਾਂ ਨੇ ਹੀ ਵਿਚੋਲੀ ਪੈ ਕੇ ਬੀਣਾ ਦਾ ਸਾਕ ਕਰਾਇਆ ਸੀ। ਬੀਣਾ ਦੇ ਸਹੁਰਿਆਂ ਤੇ ਚੰਨੋ ਦੇ ਮਾਪਿਆਂ ਦੇ ਘਰ ਨਾਲ ਸਨ, ਬਲਕਿ ਦੂਰ ਪਾਰੋਂ ਕੁਝ ਰਿਸ਼ਤੇਦਾਰੀ ਵੀ ਸੀ। ਬੀਣਾ ਦੇ ਬਣਨ ਵਾਲੇ ਪਤੀ ਨੂੰ ਚੰਨੋ ਨਾ ਕੇਵਲ ਜਾਣਦੀ ਸੀ, ਸਗੋਂ ਉਹ ਮੁੰਡਾ ਸਾਕਾਚਾਰੀ ਦੇ ਲਿਹਾਜ਼ ਦੂਰੋਂ ਪਾਰੋਂ ਚੰਨੋ ਦਾ ਭਰਾ ਹੀ ਲੱਗਦਾ ਸੀ। ਚੰਨੋ ਤੇ ਬੀਣੋ ਜਦੋਂ ਵੀ ਇਕੱਠੀਆਂ ਹੁੰਦੀਆਂ ਬਹੁਤਾ ਉਹ ਇਸੇ ਵਿਸ਼ੇ ਉੱਤੇ ਗੱਲਾਂ ਕਰਦੀਆਂ ਸਨ। ਛੇੜਨ ਲਈ ਜਦੋਂ ਚੰਨੋ ਉਸਨੂੰ ਭਾਬੀ ਆਖ ਕੇ ਦੀ ਥਾਂ ਬੀਣਾ ਉਸ ਨਾਲ ਗੁੱਸੇ ਹੋ ਜਾਇਆ ਕਰਦੀ ਸੀ, ਪਰ ਚੰਨੋ ਜਾਣਦੀ ਸੀ ਕਿ ਇਹ ਗੁੱਸਾ ਸਿਰਫ ਬਣਾਉਟੀ ਹੀ ਨਹੀਂ, ਇਸ ਦੀ ਤਹਿ ਹੇਠ ਇੱਕ ਅਦਿੱਖ ਜਿਹੀ ਖੁਸ਼ੀ ਵੀ ਲੁਕੀ ਹੋਈ ਹੈ। ਜਿਉਂ-ਜਿਉਂ ਬੀਣਾ ਗੁੱਸੇ ਹੁੰਦੀ
ਚੰਨੋ ਮੁੜ ਇਸ ਕੋਸ਼ਿਸ਼ ਵਿੱਚ ਰਹਿੰਦੀ ਕਿ ਚੰਨੋ ਨਾਲ ਉਸਦੀ ਇਕਾਂਤ ਮੁਲਾਕਾਤ ਹੋਵੇ। ਕਈ ਵਾਰ ਘੰਟਿਆਂ ਬੱਧੀ ਘਰ ਦੀ ਕਿਸੇ ਨੁੱਕਰੇ ਜਾਂ ਸ਼ਾਮ ਨੂੰ ਛੱਤ 'ਤੇ ਜਾ ਕੇ ਘੁਸਰ ਮੁਸਰ ਕਰਦੀਆਂ ਰਹਿੰਦੀਆਂ ਸਨ। ਬੀਨਾ ਦੇ ਬਣਨ ਵਾਲੇ ਪਤੀ ਬਾਬਤ ਜਿੰਨਾ ਕੁ ਚੰਨੋ ਜਾਣਦੀ ਸੀ, ਤੂੰ ਕਿਤੇ ਬਹੁਤਾ ਵਧਾ ਚੜ੍ਹਾ ਕੇ ਉਹ ਬੀਨਾ ਨੂੰ ਸੁਣਾਇਆ ਕਰਦੀ ਸੀ। ਉਸ ਦੀਆਂ ਗੱਲਾਂ ਕਥਾ ਅਕਸਰ ਇਸੇ ਤਰ੍ਹਾਂ ਦੀਆਂ ਹੁੰਦੀਆਂ ਸਨ। ਉਹ ਬੜਾ ਸੋਹਣਾ ਹੈ, ਉਸਦੇ ਸਾਈਕਲ ਵੀ ਰੱਖਿਆ ਹੋਇਆ ਹੈ, ਉਹ ਗਾਉਂਦਾ ਵੀ ਬਹੁਤ ਵਧੀਆ ਹੈ, ਬੜੇ ਅਮੀਰ ਨੇ, 3-4 ਖੂਹ, 2 ਹਵੇਲੀਆਂ, 5-6 ਦੁਕਾਨਾਂ ਉਹਨਾਂ ਦੀਆਂ ਆਪਣੀਆਂ। ਮੈਂ ਜਦੋਂ ਵੀ ਗੁਜਰਖਾਨ ਜਾਂਦੀ ਹਾਂ ਉਹ ਤੇਰੀਆਂ ਗੱਲਾਂ ਮੇਥੋਂ ਪੁੱਛਦਾ ਰਹਿੰਦਾ ਹੈ। ਉਹਨਾਂ ਦਾ ਬਾਗ ਵੀ ਹੈ, ਉਹ ਤੈਨੂੰ ਬੜਾ ਯਾਦ ਕਰਦਾ ਹੈ। ਇਹ ਆਦਿਕ। ਇਸ ਵੇਲੇ ਬੀਨਾ ਮੰਜੇ 'ਤੇ ਬੈਠੀ ਦਿਲ ਵਿੱਚ ਚੰਨੋ ਦੀਆਂ ਗੱਲਾਂ ਨੂੰ ਦੁਹਰਾ ਰਹੀ ਸੀ। ਉਸ ਦੀਆਂ ਅੱਖਾਂ ਅੱਗੇ ਇੱਕ ਕਲਪਤ ਤਸਵੀਰ ਫਿਰ ਰਹੀ ਸੀ, ਜਿਹੜੀ ਉਸ ਨੇ ਚੰਨੋ ਦੇ ਸ਼ਬਦਾਂ ਰਾਹੀਂ ਆਪਣੇ ਅੰਦਰ ਚਿਤਰੀ ਸੀ। ਉਹ ਸੋਚ ਰਹੀ ਸੀ, ਪਰ ਜੇ ਸੱਚਮੁੱਚ ਖੱਤ ਉਹਨਾਂ ਦਾ ਹੈ ਤਾਂ ਉਹਨਾਂ ਨੇ ਇਹੋ ਜਿਹੀ ਕਿਹੜੀ ਗੱਲ ਲਿਖੀ ਹੋਵੇਗੀ ਜਿਸ ਨੂੰ ਪੜ੍ਹ ਕੇ ਪਾਪਾ ਜੀ ਅਤੇ ਬੀਬੀ ਜੀ ਨੇ ਐਡੇ ਔਖੇ ਹੋ ਰਹੇ ਨੇ। ਖਬਰੇ ਵਿਆਹ ਛੇਤੀ ਦੇਣ ਬਾਬਤ ਕੁਝ ਲਿਖਿਆ ਹੋਵੇ, ਪਰ ਇਹ ਤਾਂ ਖੁਸ਼ੀ ਵਾਲੀ ਗੱਲ ਹੋਣੀ ਚਾਹੀਦੀ ਸੀ। ਵਿਆਹ ਦੀ ਗੱਲ ਵੀ ਕਦੀ ਦੁਖਦਾਈ ਹੋ ਸਕਦੀ ਹੈ। ਬੀਨਾ ਦੇ ਭਾਣੇ ਵਿਆਹ ਹੀ ਖੁਸ਼ੀ ਦਾ ਦੂਸਰਾ ਨਾਮ ਸੀ। ਵਿਆਹ ਦਾ ਅਰਥ ਖੁਸ਼ੀ ਤੋਂ ਬਿਨਾਂ ਕੁਝ ਹੋਰ ਵੀ ਹੋ ਸਕਦਾ ਹੈ। ਇਹ ਉਸ ਦੀ ਸਮਝ ਵਿੱਚ ਨਹੀਂ ਸੀ ਆ ਸਕਦਾ। ਉਸਨੇ ਅੱਜ ਤੱਕ ਜਿੰਨੇ ਵਿਆਹ ਦੇਖੇ ਸਨ 100% ਖੁਸ਼ੀ ਦੇ ਰੂਪ ਵਿੱਚ ਸਨ। ਗਾਣਾ, ਨੱਚਣਾ, ਵਾਜੇ, ਆਤਿਸ਼ਬਾਜ਼ੀ, ਵੰਨ ਸੁਵੰਨੇ ਦਾਜ, ਵਰੀਆਂ, ਦਾਵਤਾਂ, ਪਾਰਟੀਆਂ ਅਤੇ ਹੋਰ ਇਹੋ ਜਿਹਾ ਬਹੁਤ ਕੁਝ। ਤਾਂ ਉਹ ਖੱਤ ਕਿਸੇ ਹੋਰ ਦਾ ਹੋਵੇਗਾ। ਬੀਨਾ ਨੇ ਝੱਟ ਆਪਣੀ ਵਿਚਾਰ ਲੜੀ ਨੂੰ ਤੋੜ ਕੇ ਦੂਜਾ ਰੁੱਖ ਕੀਤਾ। ਪਰ ਜੇ ਕਿਸੇ ਹੋਰ ਦਾ ਸੀ ਤਾਂ ਮੇਰੇ ਕੋਲੋਂ ਇਤਨਾ ਲੁਕਾਓ ਕਿਉਂ? ਕੁਝ ਵੀ ਹੋਵੇ, ਅੱਜ ਰਾਤੀ ਜਦੋਂ ਪਾਪਾ ਜੀ ਕੋਟ ਉਤਾਰ ਕੇ ਕਿੱਲੀ ਨਾਲ ਟੰਗਣਗੇ, ਮੈਂ ਅੱਖ ਬਚਾ ਕੇ ਉਹਨਾਂ ਦੀ ਜੇਬ 'ਚੋਂ ਕੱਢ ਕੇ ਪੜ੍ਹ ਲਵਾਂਗੀ। ਕਿੰਨਾ ਹੀ ਚਿਰ ਬੀਨਾ ਇਹਨਾਂ ਖਿਆਲਾਂ ਵਿੱਚ ਡੁੱਬੀ ਰਹੀ। ਉਸ ਦੀ ਇਹ ਮੌਨ ਸਮਾਧੀ ਉਦੋਂ ਟੁੱਟੀ ਜਦ ਉਸਨੇ ਕੰਨੀ ਆਵਾਜ਼ ਪਈ, ਬੀਨਾ, ਤੂੰ ਚੰਗੀ ਕੋਲ ਬੈਠੀ ਹੈ। ਮੁੰਡਾ ਪੱਤਰ ਮੂੰਹ ਵਿੱਚ ਪਾਈ ਜਾਂਦਾ ਹੈ। ਜੇ ਉਸਨੇ ਸੰਗ ਵਿੱਚ ਫਸਾ ਲਿਆ ਤਾਂ? ਝੱਟ ਹੀ ਮਾਇਆ ਨੇ ਉੱਠ ਕੇ ਇੰਦਰਪਾਲ ਨੂੰ ਚੁੱਕ ਲਿਆ ਅਤੇ ਉਸਦੇ ਮੂੰਹ ਵਿੱਚ ਉਂਗਲ ਪਾ ਕੇ ਪੱਤਰ ਕੱਢਦੀ ਹੋਈ ਉਸਨੂੰ ਅੰਦਰ ਲੈ ਗਈ। ਅਤੇ ਇਹ ਅੱਜ ਦਾ ਨਾਵਲ ਦਾ ਦੂਜਾ ਭਾਗ ਹੈ ਅਤੇ ਅਗਲਾ ਨਾਵਲ ਦਾ ਤੀਜਾ ਭਾਗ ਅਸੀਂ ਅਗਲੀ ਵੀਡੀਓ ਵਿੱਚ ਲੈ ਕੇ ਆਵਾਂਗੇ। ਆਸ ਕਰਦੀ ਹਾਂ ਤੁਹਾਨੂੰ ਇਹ ਪਸੰਦ ਆਵੇਗਾ। ਵੀਡੀਓ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਆਸ ਕਰਦੀ ਹਾਂ ਕਿ ਇਹ ਵੀਡੀਓ ਆਪ ਜੀ ਨੂੰ ਬਹੁਤ ਹੀ ਪਸੰਦ ਆਵੇਗੀ।